कहते बहुत चंगे ने, पर धन गुरु ग्रंथ साहिब जी कहते भाई ये पढ़े लिखिया तो जोग चंगा, जोगी चंगे ने, पढ़ बेसियों भाल कादे तो चंगे ने, जोगी क्यों चंगे ने वीरो, ध्यान दो जी। वाहिगुरु की बंदगी नहीं छड्डदा जोगी। लोग माड़ा कहण चंगा कहण जो मर्जी कहण, वो अपना बंदगी करदा होया मंगदा बन के मंगी जांदा लोकां तो, भगती नहीं छड्डदा। निंदो जिन्हें निंदना, ठीक है जी। सतगुरु जी कहते जोगी बन जा, यह जी हम पढ़ाइयां नूं की करना है, पढ़ पढ़ गड्ढे लद्दी है, पढ़ पढ़ भरियां साथ। वो पढ़ाइयां जिहड़ियां तेरा हंकार दा पंड बन जाण, वो पढ़ाइयां की करनियां ने। महाराज कहते बस दो अखर पढ़ लै ते रब ने बंदगी विच जोड़न वास्ते तेनों दे दिते। बंदगी कर, भाव रब दा नाम दा अखर दो है, राम नाम दे, वो नहीं छड्डने। फिर तेरियां सारियां पढ़ाइयां भी प्रवान ने। फिर तेरा दुनिया विच धीआं पुत्तां प्रति, माँ प्यो प्रति जो तेरियां सेवावां ने, वो भी प्रवान ने, फिर प्रवान ने। जे बंदगी है, जे दो अखर नहीं फिर कुछ भी प्रवान नहीं। अगे की हुक्म है जी। कबीर लोग जाने, कबीर लोग के जाने बपड़ा जिन मन नाही। वाहिगुरु वाहिगुरु भगत ना छाडो राम की भावें निंदो। चाहे लोग निंदी जान, रब की बंदगी नहीं छड्डनी, जो मर्जी हो जाए। कबीर लोग के निंदे बपड़ा जिन मन नाही। हाँ जेह मन नाही ज्ञान। राम कबीरा राव रहे, अवर तजे सब। राम कबीरा राव रहे, अवर तजे सब का। कबीर परदेसी कै कागरै, चाहुंदे सलागी आग। खिंथा जाल कोयला पई, तागे आँच ना। कबीर खिंथा जाल कोयला पई, खापर फूट मफूट। जोगी बपड़ा खेलियो, आसन रही बेपूत। आसन रही कबीर थोरै जाल माछली। चीवर मेले ओ जाल, ए टोगने ना छूट से। फिर कार समुंद समाल, फिर कार समुंद। कबीर समुंद ना छोड़िए, जो अत खारो होए। पोखर पोखर ढूंढते, भलो ना कह, भलो ना कह। वाहिगुरु वाहिगुरु वाहिगुरु। पातशाह जी कहते
ਲੋਕ ਵਿਚਾਰਿਆਂ ਨੂੰ ਪਤਾ ਹੀ ਨਹੀਂ ਵੀ ਨਿੰਦਿਆ ਕਿਹਦੀ ਕਰਨੀ ਤੇ ਕਿਹਦੀ ਨਹੀਂ ਕਰਨੀ। ਸਤਿਗੁਰੂ ਜੀ ਕਹਿੰਦੇ ਵਿਚਾਰੇ ਲੋਕਾਂ ਨੂੰ ਕੀ ਪਤਾ ਹੈ, ਇਹਨਾਂ ਦੇ ਮਨ 'ਚ ਗਿਆਨ ਨਹੀਂ। ਆਪਾਂ ਔਖੇ ਹੋ ਜਾਂਦੇ ਹਾਂ, 2 ਦਿਨ ਬਾਣੀ ਪੜ੍ਹ ਕੇ ਤੀਜੇ ਦਿਨ ਸਾਡੀ ਕੋਈ ਨਿੰਦਿਆ ਕਰਦੇ, ਚੌਥੇ ਦਿਨ ਗੁਰਦੁਆਰਾ ਸਾਹਿਬ ਨਹੀਂ ਆਉਂਦੇ ਅਸੀਂ, ਸਾਡੀ ਤਾਂ ਨਿੰਦਿਆ ਹੋ ਗਈ, ਸਾਨੂੰ ਤਾਂ ਮਾੜਾ ਕਹਿਤਾ ਫਲਾਣੇ ਨੇ। ਸਤਿਗੁਰੂ ਜੀ ਕਹਿੰਦੇ ਨਾ, ਉਹਨਾਂ ਨੂੰ ਪਤਾ ਹੀ ਨਹੀਂ ਵਿਚਾਰਿਆਂ ਨੂੰ, ਜੋ ਕਹਿ ਰਹੇ ਨੇ ਉਹਨਾਂ ਨੂੰ ਪਤਾ ਨਹੀਂ ਗੱਲ ਕੀ ਹੈ। ਜਿਨ ਮਨ ਨਾਹੀ, ਉਹ ਨਿੰਦਕਾਂ ਨੂੰ ਪਤਾ ਹੀ ਨਹੀਂ ਗੱਲ ਕੀ ਹੈ। ਗੁਰੂ ਦਰਬਾਰ ਵਿੱਚੋਂ ਬਖਸ਼ਿਸ਼ ਕਿਹੜੀ ਮਿਲਣੀ ਹੈ, ਇਹ ਉਹਨਾਂ ਨੂੰ ਕੋਈ ਪਤਾ ਨਹੀਂ, ਉਹਨਾਂ ਨੂੰ ਪਤਾ ਨਹੀਂ। ਜਿਨ ਮਨ ਨਾਹੀ। ਫਿਰ ਮਹਾਰਾਜ ਜੀ ਕਹਿੰਦੇ ਇੱਥੇ ਤਾਂ ਗੁਰੂ ਦਰਬਾਰ ਵਿੱਚ ਕੇਵਲ ਰੱਬ ਦੇ ਨਾਮ ਦੀ ਗੱਲ ਹੈ। ਰਾਮ ਕਬੀਰਾ ਰਵ ਰਹੇ ਅਵਰ ਤਜੇ। ਕਬੀਰ ਜੀ ਤਾਂ ਰੱਬ ਦੇ 2 ਅੱਖਰ ਪੜ੍ਹ ਰਹੇ ਨੇ, ਉਸ ਵਾਹਿਗੁਰੂ ਦੇ ਸਿਮਰਨ ਵਿੱਚ ਜੁਟੇ ਹੋਏ ਨੇ। ਭਾਵ ਗੁਰੂ ਦਰਬਾਰ ਵਿੱਚ ਤੇ ਸਿੱਖਾਂ ਨੂੰ 2 ਅੱਖਰ ਸਿਖਾਏ ਜਾਂਦੇ ਨੇ ਵੀ ਨਾਮ ਜਪੋ ਭਾਈ। ਕਹੋ ਕਬੀਰ ਅੱਖਰ 2 ਭਾਖ, ਹੋਏਗਾ ਖਸਮ ਤਾਂ ਲਏਗਾ ਰਾਖ। ਬਸ ਇਸ ਕਰਕੇ ਕਹਿੰਦੇ ਰਾਮ ਕਬੀਰਾ ਰਵ ਰਹੇ ਭਾਈ ਸਾਹਿਬ ਜੀ ਅਵਰ ਤਜੇ ਸਭ। ਮੈਂ ਕੰਮ ਛੱਡ ਤੇ ਇਸ ਦਰਬਾਰ ਵਿੱਚ ਆ ਕੇ ਤਾਂ ਇਹ ਬਖਸ਼ਿਸ਼ ਮਿਲਣੀ। ਲੋਕ ਨਿੰਦਕ ਵਿਚਾਰਿਆਂ ਨੂੰ ਗਿਆਨ ਨਹੀਂ ਤੇ ਉਹ ਤੇ ਨਿੰਦਣ, ਪਰ ਸਾਨੂੰ ਉਹਨਾਂ ਦੀ ਨਿੰਦਿਆ ਦਾ ਔਖਾ ਲੱਗੇ ਵੀ ਸਾਨੂੰ ਉਹਨਾਂ ਨੇ ਨਿੰਦ ਦਿੱਤਾ, ਇਹ ਗਲਤ ਹੈ। ਉਹਨਾਂ ਨੂੰ ਗਿਆਨ ਹੀ ਨਹੀਂ। ਜਿਨ ਮਨ ਨਾਹੀ, ਤਕੜੇ ਹੋ ਕੇ ਜੂਝੋ, ਗੁਰੂ ਸਾਹਿਬ ਜੀ ਕਿਰਪਾ ਕਰਨ। ਫਿਰ ਮਹਾਰਾਜ ਅੱਗੇ ਕੀ ਕਹਿੰਦੇ, ਸਤਿਗੁਰੂ ਗਰੀਬਨਵਾਸ ਸਾਹਿਬ ਜੀ ਕਹਿੰਦੇ ਕਬੀਰ ਜੀ ਤੇ ਰੱਬ ਦੇ ਨਾਲ ਇੱਕਮਿਕ ਹੋ ਗਏ। ਇਸ ਕਰਕੇ ਲੋਕਾਂ ਦੀ ਪਰਵਾਹ ਨਹੀਂ ਕਰਨੀ ਹੁਣ, ਬਾਕੀ ਕੰਮ ਛੱਡ ਦਿਓ। ਬਾਕੀ ਕੰਮ ਛੱਡਣ ਦਾ ਮਤਲਬ ਇਹ ਨਹੀਂ ਵੀ ਜੋ ਮਾਂ ਦੀ ਬੱਚਿਆਂ ਪ੍ਰਤੀ ਜ਼ਿੰਮੇਵਾਰੀ ਆ, ਸੇਵਾਵਾਂ ਨੇ, ਉਹਨਾਂ ਨੂੰ ਛੱਡ ਦਿਓ। ਪਿਓ ਦੇ ਫਰਜ਼ ਨੇ ਕੁਛ ਬੱਚਿਆਂ ਪ੍ਰਤੀ, ਉਹਨਾਂ ਨੂੰ ਛੱਡ ਦਿਓ। ਕਿਰਤ ਬਿਰਤ ਕਰ ਧਰਮ ਦੀ, ਗੁਰਸਿੱਖਾਂ ਨੂੰ ਪ੍ਰਸ਼ਾਦ ਵਰਤੰਦਾ, ਪਿੱਛੋਂ ਬਚਿਆ ਆਪ ਖਵੰਦਾ। ਸਾਰੀ ਸੰਗਤ ਨੂੰ ਵਰਤਾ ਕੇ ਫਿਰ ਆਪਣਾ ਗੁਜ਼ਾਰਾ ਫਿਰ ਕਰਦਾ ਗੁਰਸਿੱਖ ਵੀ ਪਹਿਲਾਂ ਗੁਰਸਿੱਖਾਂ ਨੂੰ ਵਰਤਾਈਏ। ਇਸ ਵਾਸਤੇ ਕਿਰਤ ਬਿਰਤ ਕਰਨ ਤੋਂ ਨਹੀਂ ਰੋਕਿਆ, ਕਿਰਤ ਬਿਰਤ ਕਰਨੀ ਹੈ। ਇਹਦਾ ਇਹ ਨਹੀਂ ਵੀ ਅਵਰ ਤਜੇ ਸਭ ਕੰਮ ਵੀ ਕਿਰਤ ਛੱਡਤੀ। ਅਵਰ ਤਜੇ ਸਭ ਕੰਮ ਦਾ ਮਤਲਬ ਕੋਈ ਟੂਣਾ ਟਾਮਣ, ਕੋਈ ਧਾਗਾ ਤਪੀਤ, ਕੋਈ ਟੇਢੀ ਮੇਢੀ ਗੱਲ ਮੈਂ ਨਹੀਂ ਕਿਸੇ ਦੀ ਸੁਣਨੀ। ਮੈਂ ਕੇਵਲ ਇੱਕ ਸਤਿਗੁਰਾਂ ਦੀ ਸ਼ਰਨ ਵਿੱਚ ਆ ਕੇ ਮਹਾਰਾਜ ਦੇ ਦਰਬਾਰ ਵਿੱਚੋਂ ਵਾਹਿਗੁਰੂ ਦੇ ਰਾਮ ਦਾ ਨਾਮ ਜਪਣਾ, ਬਾਕੀ ਕੰਮ ਸਾਰੇ ਛੱਡਦੇ। ਅਵਰ ਤਜੇ ਸਭ। ਹੁਣ ਕਹਿੰਦੇ ਕਬੀਰ ਪਰਦੇਸੀ ਕਹਿ ਘਾਗਰ ਹੈ ਚੌਂ ਦਿਸ ਲਾਗੀ। ਭਰਪੂਰ ਸਿੰਘ ਤੂੰ ਹੈ ਪਰਦੇਸੀ, ਜਿੱਦਣ ਇਹਦੇ ਵਿੱਚੋਂ ਭੌਰ ਉੱਡ ਗਿਆ ਉਸ ਦਿਨ ਤੇਰੇ ਚਾਰੇ ਪਾਸੇ ਅੱਗ ਲੱਗ ਜਾਣੀ ਹੈ, ਤੈਨੂੰ ਸਾੜ ਦੇਣਾ, ਤੈਨੂੰ ਵਿੱਚ ਰੱਖ ਕੇ ਲੱਕੜਾਂ ਦੇ ਅੱਗ ਲੱਗ ਜਾਣੀ ਆ। ਚੌਂ ਦਿਸ ਲਾਗੀ। ਕਹਿੰਦੇ ਖਿੰਥਾ ਜਲ ਕੋਇਲਾ ਭਈ ਤਾਗੇ ਆਂਚ ਨਾ। ਪਰ ਇਹ ਜਿਹੜੀ ਖਿੰਥਾ, ਇਹ ਜਿਹੜੀ ਝੋਲੀ ਹੈ, ਜਿਹੜਾ ਤੇਰੇ ਆ ਉੱਪਰ ਪਾਇਆ ਹੋਇਆ ਕੱਪੜਾ ਸੀ, ਅੰਦਰ ਜਿਹੜੀ ਧਾਗਾ ਜਿਹੜਾ ਭਾਈ ਸਾਹਿਬ, ਉਹਨੂੰ ਤਾਂ ਆਂਚ ਆਉਣੀ ਨਹੀਂ। ਜਿਹੜਾ ਜੋਤ ਰੂਪ ਧਾਗਾ ਉਹਨੂੰ ਥੋੜ੍ਹਾ ਸੇਕ ਲੱਗਣਾ, ਸੜ ਕੇ ਆ ਸੁਆਹ ਹੋਣਾ। ਆ ਚੋਲੇ ਨੇ ਸੜ ਕੇ ਸੁਆਹ ਹੋਣਾ। ਇਹਨੂੰ ਖਿੰਥਾ ਕਹਿੰਦੇ ਨੇ ਜੀ, ਝੋਲੀ ਕਹਿ ਲਓ ਜੋਗੀ ਦੀ। ਖਿੰਥਾ ਜਲ ਕੋਇਲਾ ਭਈ, ਸਮਝ ਗਏ ਬੱਚਿਓ? ਆਹ ਸਰੀਰ ਰੂਪੀ ਜਿਹੜਾ ਖਿੰਥਾ ਹੈ, ਠੀਕ ਹੈ ਜੀ, ਇਹ ਜਿਹੜਾ ਕਰਮੀ ਆਵੇ ਕੱਪੜਾ, ਠੀਕ ਹੈ ਜੀ, ਜਿਹੜਾ ਭਾਗਾਂ ਨਾਲੇ ਕੱਪੜਾ ਮਿਲਿਆ ਸਰੀਰ, ਇਹ ਇਸ ਨੇ ਸੜ ਜਾਣਾ। ਖਿੰਥਾ ਜਲ ਕੋਇਲਾ ਭਈ ਤਾਗੇ ਆਂਚ ਨਾ। ਪਰ ਜਿਹੜਾ ਅੰਦਰ ਭਾਈ ਸਾਹਿਬ ਜੀ ਜੋਤ ਸਰੂਪ ਧਾਗਾ, ਉਸ ਨੂੰ ਆਂਚ ਨਹੀਂ ਆ ਸਕਦੀ। ਮਹਾਰਾਜ ਜੀ ਕਹਿੰਦੇ ਕਬੀਰ ਖਿੰਥਾ ਜਲ ਕੋਇਲਾ ਭਈ ਖਾਪਰ ਫੂਟ। ਹੁਣ ਹੰਕਾਰ ਦਾ ਖੱਪਰ ਫੁੱਟ ਗਿਆ, ਸਰੀਰ ਸੜ ਕੇ ਸੁਆਹ ਹੋ ਗਿਆ, ਠੀਕ ਹੈ ਜੀ। ਜੋਗੀ ਦਾ ਹੰਕਾਰ ਦਾ ਖੱਪਰ ਜਿਹੜਾ ਕਹਿੰਦਾ ਸੀ ਮੈਂ ਭਰਪੂਰ ਸਿੰਘ, ਉਹ ਸਾਰਾ ਫੁੱਟ ਗਿਆ, ਹੁਣ ਟੁੱਟ ਗਿਆ, ਹੁਣ ਮੈਂ ਨਹੀਂ ਰਹੀ। ਹੁਣ ਮਹਾਰਾਜ ਜੀ ਕਹਿੰਦੇ ਭਾਈ ਫੁੱਟ ਕੇ ਮਫੁੱਟ ਹੋ ਗਿਆ, ਭਾਵ ਐ ਟੁਕੜੇ ਟੁਕੜੇ ਹੋ ਗਏ। ਜੋਗੀ ਪੱਪੜਾ ਖੇਲਿਓ ਆਸਣ ਰਹੀ। ਆ ਸਰੀਰ ਦੇ ਵਿੱਚੋਂ ਭਾਈ ਸਾਹਿਬ ਜੀ ਜੋਗੀ ਤਾਂ ਉਡਾਰੀ ਮਾਰ ਗਿਆ, ਉਹ ਤਾਂ ਖੇਲ ਗਿਆ, ਪਰ ਥੱਲੇ ਪਈ ਰਹਿ ਗਈ ਵਿਭੂਤੀ। ਚਲੋ ਜੀ ਕਹਿੰਦੇ ਅੰਗੀਠਾ ਸਮੇਟ ਕੇ ਫਿਰ ਉਹਨੂੰ ਆਪਾਂ ਸੰਭਾਲ ਦਈਏ। ਆਸਣ ਰਹੀ ਵਿਭੂਤ, ਸਵਾਹ ਰਹਿ ਗਈ। ਇੰਨੀ ਕਿ ਤੇਰੀ ਪਾਇਆ ਭਰਪੂਰ ਸਿੰਘ, ਹਵਾ ਕਾਹਦੀ ਕਰਦਾ, ਔਖਾ ਕਾਹਤੋਂ ਹੋਇਆ ਫਿਰਦਾ ਵੀ ਮੇਰੇ ਵਰਗਾ ਨਹੀਂ ਕੋਈ। ਸਮਝ ਆਉਂਦੀ ਸਾਧ ਸੰਗਤ ਜੀ? ਸਾਰਿਆਂ ਵਾਸਤੇ ਬਚਨ ਨੇ ਗੁਰੂ ਜੀ, ਸੰਸਾ ਨਾ ਰਹਿ ਜਾਵੇ ਕਿਸੇ ਨੂੰ ਕੋਈ।
ਥੱਲੇ ਸਵਾਦ ਦੀ ਚੁਟਕੀ ਮਿਲਦੀ ਭਾਈ ਸਾਹਿਬ ਦੂਜੇ ਦਿਨ ਜਦੋਂ ਜਾਂਦੇ ਆਪਾਂ, ਜਦੋਂ ਆ ਚੋਲੇ ਨੂੰ ਆ ਖਿੰਥਾਂ ਨੂੰ ਭਾਈ ਸਾਹਿਬ ਜੀ ਲਾਂਬੂ ਲਾਉਣੇ ਆ, ਫਿਰ ਅੰਦਰੋਂ ਜਿਹੜੀ ਜੋਤ ਰੂਪੀ ਧਾਗਾ ਉਹ ਤੇ ਉਡਾਰੀ ਮਾਰ ਗਿਆ, ਉਹਨੂੰ ਨਹੀਂ ਸੇਕ ਲੱਗਿਆ, ਪਰ ਜੋਗੀ ਖੇਡ ਗਿਆ ਤੇ ਤੇਰਾ ਖੱਪਰ ਫੁੱਟ ਕੇ ਧਰਤੀ ਤੇ ਸੁਆਹ ਬਣ ਗਿਆ। ਆਸਣ ਰਹੀ ਵਾਹਿਗੁਰੂ। ਹੁਣ ਮੰਗ ਕੀ ਮੰਗਣਾ? ਪੁੱਤ ਦੇ ਦਿਓ, ਦੁੱਧ ਦੇ ਦਿਓ, ਕੋਠੀ ਦੇ ਦਿਓ, ਕਾਰ ਦੇ ਦਿਓ, ਦੁਨੀਆ ਦਾ ਸਭ ਕੁਝ ਦੇ ਦਿਓ, ਪਰ ਸਭ ਕੁਛ ਆਪਣਾ ਇੱਕ ਰਾਮ ਪਰਾਇਆ। ਉਹ ਖੱਪਰ ਹੁਣ ਫੁੱਟ ਗਿਆ। ਜਿਹੜਾ ਭੁੱਖਾ ਭੁੱਖਾ ਕਰਦਾ ਸੀ ਨਾ ਬੰਦਾ, ਫੁੱਟ ਗਿਆ ਖੱਪਰ। ਮੰਗ ਹੁਣ ਕੀ ਮੰਗੇਗਾ? ਸਮਝ ਆਉਂਦੀ ਬੱਚਿਓ? ਇੱਕ ਨੂੰ ਮੰਗ ਲਓ, ਸਭ ਕੁਝ ਉਹਨੂੰ ਪਤਾ ਵੀ ਮੇਰੇ ਬੱਚੇ ਨੂੰ ਹੁਣ ਕੀ ਚਾਹੀਦਾ। ਪਰ ਜੇ ਦੁਨੀਆ ਦੀਆਂ ਚੀਜ਼ਾਂ ਮੰਗਦੇ ਰਹੇ, ਇੱਕ ਨਾ ਮੰਗਿਆ, ਫਿਰ ਕੋਈ ਫਾਇਦਾ ਨਹੀਂ। ਸਮਝ ਆਉਂਦੀ ਬੱਚਿਓ? ਧਿਆਨ ਦਿਓ ਪੁੱਤ, ਬਹੁਤ ਚਿਰ ਹੋ ਗਿਆ ਦੂਰ ਗਿਆ ਨੂੰ, ਹੁਣ ਗੱਜ ਕੇ ਬੋਲਿਆ ਕਰੋ ਵਾਹਿਗੁਰੂ ਜੀ। ਅੱਗੇ ਕੀ ਹੁਕਮ ਨੇ ਜੀ? ਤੇਰਾ ਇਹ ਸਰੀਰ ਰੂਪ ਮੱਛੀ ਥੋੜੇ ਪਾਣੀ ਦੇ ਵਿੱਚ ਇੱਕ ਦਿਨ ਤੈਨੂੰ ਮੌਤ ਰੂਪ ਝੀਵਰ ਨੇ, ਸ਼ਿਕਾਰੀ ਨੇ ਤੈਨੂੰ ਜਾਲਾ ਪਾ ਕੇ ਖਿੱਚ ਲੈਣਾ। ਥੋੜੇ ਜਲ ਮਾਛਲੀ ਝੀਵਰ ਮੇਲਿਓ। ਫਿਰ ਕੀ ਹੋਇਆ? ਤੂੰ ਟੋਬਿਆਂ ਵਿੱਚ ਨਾ ਰਹਿ ਮੱਛੀਏ। ਭਾਵ ਜੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਛੱਡ ਕੇ ਭਾਈ ਸਾਹਿਬ ਜੀ ਅਸੀਂ ਕੋਈ ਇੱਧਰ ਉੱਧਰ ਕਿਸੇ ਤੇ ਆਸ ਰੱਖ ਕੇ ਬਵਾਂਗੇ ਤਾਂ ਟੋਬਿਆਂ ਵਿੱਚ ਅਸੀਂ ਫੜੇ ਜਾਵਾਂਗੇ, ਫਸ ਜਾਵਾਂਗੇ, ਸਾਡਾ ਕੋਈ ਛੁਟਕਾਰਾ ਨਹੀਂ ਹੋਣਾ। ਭਾਈ ਸਾਹਿਬ ਸੁਣਦੇ ਹੋ? ਸਮਝ ਆਉਂਦੀ ਜੀ? ਆਹ ਸਮੁੰਦਰ ਛੱਡ ਕੇ ਮੱਛੀ ਜੇ ਛੱਪੜੀ 'ਚ ਹੋਊਗੀ ਛੇਤੀ ਫੜੀ ਜਾਊ ਥੋੜੇ ਪਾਣੀ 'ਚ, ਪਰ ਜੇ ਸਮੁੰਦਰ ਵਿੱਚ ਹੈ ਭਾਈ ਸਾਹਿਬ ਜੀ ਫਿਰ ਛੇਤੀ ਕਿਤੇ ਨਹੀਂ ਫੜੀ ਜਾਂਦੀ। ਝੀਵਰ ਮੇਲਿਓ। ਆਪਾਂ ਦੇਖਦੇ ਹਾਂ ਪਿੰਡਾਂ ਦੇ ਵਿੱਚ ਭਾਈ ਸਾਹਿਬ ਜੀ ਜਾਲ ਲਾ ਕੇ ਜਿੰਨੀਆਂ ਹੁੰਦੀਆਂ ਸਾਰੀਆਂ ਲੈ ਜਾਂਦੇ ਅਗਲੇ ਇਕੱਠੀਆਂ ਕਰਕੇ। ਝੀਵਰ ਮੇਲਿਓ। ਜਿੱਦਣ ਗੁਰੂ ਸਾਹਿਬ ਨੂੰ ਛੱਡ ਕੇ ਬੰਦਾ ਟੋਬਿਆਂ ਦੇ ਵਿੱਚ ਆਸ ਰੱਖ ਕੇ ਬਹਿ ਗਿਆ, ਆਲੇ ਦੁਆਲੇ ਕਿਤੇ ਹੋਰ ਆਸਾਂ ਲਾ ਲੀਆਂ, ਸਰਬੰਸਦਾਨੀ ਨੇ ਸਾਨੂੰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾ ਦਿੱਤਾ, ਜੇ ਇਹਨਾਂ ਨੂੰ ਛੱਡ ਕੇ ਕਿਤੇ ਆਲੇ ਦੁਆਲੇ ਟੋਬਿਆਂ 'ਚ ਆਸਾਂ ਲਾ ਲਈਆਂ, ਫਿਰ ਤੁਸੀਂ ਸਮਝੋ ਫਸੇ ਹੀ ਫਸੇ। ਝੀਵਰ ਨੇ ਜਾਲ ਪਾ ਕੇ ਫਸਾ ਲੈਣਾ ਤੁਹਾਨੂੰ। ਅੱਗੇ ਚੱਲੋ। ਇਹ ਟੋਗਣੇ ਨੇ ਛੂਟ ਸੈਂ ਫਿਰ ਕਰ। ਅਜੇ ਵੀ ਤੈਨੂੰ ਮੌਕਾ ਦਿੰਦੇ ਆ। ਗੁਰੂ ਸਾਹਿਬ ਜੀ ਕਹਿੰਦੇ ਪੁੱਤਰ ਇਹ ਟੋਬਿਆਂ ਵਿੱਚ ਨਾ ਜਾ, ਭਾਵੇਂ ਇੱਧਰ ਉੱਧਰ ਜਿਹਨੇ ਕਿਹਾ ਉੱਥੇ ਵੀ ਰੱਬ ਦਾ ਨਾਮ ਹੀ ਹੈ, ਉੱਥੇ ਚੱਲੀਏ, ਉੱਥੇ ਮਾਰੇ ਆਈਏ ਗੇੜਾ। ਸਤਿਗੁਰੂ ਜੀ ਕਹਿੰਦੇ ਇਹ ਟੋਬਿਆਂ ਵਿੱਚ ਨਹੀਂ ਛੁੱਟਣਾ, ਤੁਸੀਂ ਅਜੇ ਵੀ ਟਾਈਮ ਹੈ, ਸੰਭਾਲ ਲਓ ਆਪਣਾ। ਫਿਰ ਕਰ ਸਮੁੰਦ। ਵੀਰ ਜੀ ਭਾਈ ਸਾਹਿਬ ਸੁਣੋ, ਆਹ ਸਮੁੰਦਰ ਨੇ, ਸਤਿਗੁਰੂ ਜੀ ਸਮੁੰਦਰ ਨੇ, ਸਮੁੰਦਰ ਸੰਭਾਲ ਲਓ। ਟੋਬੇ ਤੋਂ ਹੁਣ ਆਪ ਜੀ ਨੂੰ ਸਾਰੀ ਭਲੀ ਬਾਤ ਸਮਝ ਆ ਗਈ ਹੋਣੀ ਵੀ ਜਿਹੜਾ ਰੱਬ ਦੇ ਨਾਂ 'ਤੇ ਦੁਕਾਨਦਾਰੀਆਂ ਚੱਲ ਰਹੀਆਂ ਨੇ, ਟੋਬੇ ਨੇ। ਸਮੁੰਦਰ ਤੇ ਆ ਜਾਓ, ਸਮੁੰਦਰ 'ਤੇ ਆ ਜਾਓ, ਸਿੱਧੀ ਗੱਲ ਹੈ ਬਸ। ਪਰਮਾਤਮਾ ਦੇ ਨਾਮ 'ਤੇ ਬੜੀਆਂ ਦੁਕਾਨਾਂ ਚੱਲੀਆਂ। ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇ ਹੁੰਦਿਆਂ 22 ਦੁਕਾਨਾਂ ਲੱਗ ਗਈਆਂ ਸੀ, ਬੜੀਆਂ ਚੱਲਦੀਆਂ ਨੇ। ਸਮੁੰਦਰ ਸੰਭਾਲ ਲਓ ਆ ਕੇ, ਫਿਰ ਕਰ ਸਮੁੰਦ। ਅੱਗੇ ਹੁਣ ਕੀ ਹੁਕਮ ਹੈ? ਕਬੀਰ ਸਮੁੰਦ। ਸਾਧ ਸੰਗਤ ਜੀ ਸਮੁੰਦਰ ਖਾਰਾ ਹੁੰਦਾ, ਸਮੁੰਦਰ ਖਾਰਾ ਹੁੰਦਾ, ਸਮੁੰਦਰ ਦੇ ਨੇੜੇ ਛੇਤੀ ਲੱਗਦਾ ਨਹੀਂ। ਪਰ ਇਹ ਪੱਕੀ ਗੱਲ ਹੈ, ਟੋਬੇ ਦਾ ਪਾਣੀ ਮੈਂ ਪੀਤਾ। ਸੰਗਤ ਜੀ ਮੱਝਾਂ ਚਾਰਦੇ ਹੋ, ਟੋਬੇ ਦਾ ਪਾਣੀ ਮਿੱਠਾ ਹੁੰਦਾ। ਟੋਬੇ ਦਾ ਪਾਣੀ ਸਮੁੰਦਰ ਦੇ ਮੁਕਾਬਲੇ ਮਿੱਠਾ ਹੁੰਦਾ। ਜਿਹੜੀਆਂ ਸਾਨੂੰ ਦਿੰਦੇ ਨੇ ਨਾ ਮਿੱਠੀਆਂ ਮੋਮੋ ਠਗੜੀਆਂ ਗੱਲਾਂ ਟੋਬਿਆਂ ਵਾਲੇ, ਉਹ ਸਾਨੂੰ ਮਿੱਠੀਆਂ ਜ਼ਰੂਰ ਲੱਗਦੀਆਂ ਨੇ, ਪਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਪੜ ਕੇ ਉੱਠ ਹਰ ਨਾਮ ਤੇ ਆਵੇ। ਆਹ ਗੱਲ ਸਾਨੂੰ ਖਾਰੀ ਲੱਗਦੀ ਹੈ। ਅਸੀਂ ਕਹਿੰਦੇ ਹਾਂ ਮਹਾਰਾਜ ਜੀ ਇਹ ਕੰਮ ਤਾਂ ਔਖਾ ਹੈ। ਕਈ ਮੈਨੂੰ ਕਹਿਣਗੇ ਬਾਬਾ ਜੀ ਸਾਡੀ ਅਰਦਾਸ ਕਰ ਦਿਓ ਗੁਰਦੁਆਰਾ ਸਾਹਿਬ, ਸਾਡਾ ਕੰਮ ਹੋ ਜਾਵੇ। ਅਤੇ ਜਦੋਂ ਕਈ ਦਾ ਭਾਈ ਆਸਾ ਦੀ ਵਾਰ ਕਰੀ, ਛੱਡਣੀ ਨਹੀਂ ਕਦੇ, ਸੁਖਮਨੀ ਸਾਹਿਬ ਦਾ ਪਾਠ ਨਹੀਂ ਕਦੇ ਛੱਡਣਾ। ਆਹ ਕੰਮ ਤੇ ਬੜਾ ਔਖਾ, ਕਿਉਂਕਿ ਸਮੁੰਦਰ ਹੈ ਨਾ, ਖਾਰਾ ਲੱਗਦਾ। ਕਬੀਰ ਸਮੁੰਦ ਨਾ ਛੋਡੀਐ ਫਿਰ ਕਰ ਸਮੁੰਦ। ਧਿਆਨ ਦਿਓ ਭਾਈ, ਕਬੀਰ ਸਮੁੰਦ ਨਾ ਛੋਡੀਐ ਜਾਓ ਅੱਤ। ਬੱਚਿਓ ਸੁਣ ਲਓ, ਬੱਚਾ ਸਹਿਜ ਪਾਠ ਆਰੰਭ ਕਰੋ, ਬੱਚਾ ਗੁਰੂ ਦੇ ਚਰਨੀ ਲੱਗੋ। ਮਾਤਾ ਜੀ ਸੁਣ ਲਓ, ਜੇ ਨਹੀਂ ਆਪਾਂ ਬਾਣੀ ਪੜ੍ਹ ਸਕਦੇ, ਕੋਲ ਬਹਿ ਜਾਓ, ਧੀਏ ਸੁਣਾ, ਪੁੱਤਰ ਸੁਣਾ ਮੈਨੂੰ ਬਾਣੀ। ਸਮੁੰਦਰ ਨਾ ਛੱਡੋ ਫਿਰ ਕਰ ਕਬੀਰ ਸਮੁੰਦ ਨਾ ਛੋਡੀਏ ਜਾਓ ਅੱਤ।
ਖਾਰੇ ਜ਼ਰੂਰ ਭਾਵ ਪਹਿਲਾਂ ਬੰਦੇ ਨੂੰ ਮਿੱਠੀਆਂ ਆਲੇ ਦੁਆਲੇ ਟੌਫੀਆਂ ਟੂਫੀਆਂ ਮਿਲਦੀਆਂ ਨੇ, ਉਹ ਖਾ ਕੇ ਨਾ ਖੁਸ਼ ਹੁੰਦਾ। ਪਰ ਜਦੋਂ ਸਤਿਗੁਰੂ ਜੀ ਕਹਿੰਦੇ ਅੰਮ੍ਰਿਤ ਵੇਲੇ ਉੱਠ, ਸਤਿਗੁਰੂ ਜੀ ਦੇ ਮੈਂ ਹੁਣੇ ਦਰਸ਼ਨ ਕਰਕੇ ਆ ਪਿਛਲੇ ਅਸਥਾਨ ਤੋਂ, ਜਿੱਥੋਂ ਸੇਵਾ ਚੱਲ ਰਹੀ ਸੀ ਹੁਣ ਫਤਿਹਗੜ੍ਹ ਛੰਨਾ ਤੋਂ, ਗੁਰੂ ਸਾਹਿਬ ਜੀ ਦੇ ਬਚਨ ਆਏ ਸੀ, ਭਿੰਨੀ ਰੈਣੜੀਏ ਚਮਕਣ ਤਾਰੇ, ਜਾਗੈ ਸੰਤ ਜਨਾ ਮੇਰੇ ਰਾਮ ਪਿਆਰੇ ਸਦਾ ਜਾਗੇ ਨਾਮ ਸਿਮਰੈ ਅਨ ਦਿਨੋਂ। ਦਿਨ ਰਾਤ ਨਾਮ ਜਪਦੇ ਨੇ, ਰਾਤ ਟਿਕੀ ਵਿੱਚ ਐਣ, ਫਿਰ ਰੱਬ ਦੇ ਪਿਆਰੇ ਉੱਠ ਖਲੋਂਦੇ ਨੇ ਗੁਰੂ ਸਾਹਿਬ ਦਾ ਬਚਨ ਮੰਨ ਕੇ। ਉਹ ਗੁਰੂ ਦਾ ਬਚਨ ਪਿਛਲੀ ਰਾਤ ਜਾ ਕੇ ਮਹਾਰਾਜ ਦੇ ਲੇਖੇ ਲਾਉਣ ਵਾਸਤੇ ਉਹ ਤਰਲਾ ਕਰਦੇ ਨੇ ਗੁਰੂ ਅੱਗੇ। ਸਤਿਗੁਰੂ ਜੀ ਖਾਰੇ ਲੱਗਦੇ ਨੇ ਪਹਿਲਾਂ, ਆਕਾਸ਼ ਮੈਨੂੰ ਔਖਾ ਲੱਗਦਾ ਜੀ ਅੰਮ੍ਰਿਤ ਵੇਲੇ ਉੱਠਣਾ, ਕਹਿੰਦਾ ਨਾ ਮਨ ਪੁੱਤ ਵੀ ਨਹੀਂ ਅੰਮ੍ਰਿਤ ਵੇਲੇ ਉੱਠਣਾ। ਸਾਰੀ ਸੰਗਤ ਪੱਕਾ ਕਰੋ ਵੀ ਗੁਰੂ ਗ੍ਰੰਥ ਸਾਹਿਬ ਜੀ ਕਹਿ ਰਹੇ ਨੇ ਖਾਰਾ ਭਾਵੇਂ ਲੱਗਦਾ ਸਮੁੰਦਰ ਛੱਡਿਓ ਨਾ, ਕਬੀਰ ਸਮੁੰਦ ਨਾ ਛੋਡੀਏ ਜਾਓ ਅਤ ਖਾਰੋ। ਖਾਰਾ ਲੱਗਦਾ ਛੱਡਿਓ ਨਾ, ਕਿਉਂਕਿ ਸਮੁੰਦਰ ਵਿੱਚ ਹੀਰੇ ਮੋਤੀ ਲੱਭਣਗੇ, ਟੋਬੇ ਵਿੱਚੋਂ ਕਦੇ ਸਮੁੰਦਰ ਵਾਲੀਆਂ ਚੀਜ਼ਾਂ ਕੀਮਤੀ ਨਹੀਂ ਲੱਭਦੀਆਂ ਹੁੰਦੀਆਂ। ਉੱਥੋਂ ਤੁਹਾਨੂੰ ਮੱਛੀਆਂ ਲੱਭ ਸਕਦੀਆਂ ਨੇ, ਉੱਥੋਂ ਤੁਹਾਨੂੰ ਡੱਡੂ ਲੱਭ ਸਕਦੇ ਨੇ, ਪਰ ਗੁਰੂ ਗ੍ਰੰਥ ਸਾਹਿਬ ਜੀ ਕੋਲੋਂ ਹੀਰੇ ਮੋਤੀ ਮਿਲਣਗੇ। ਗੁਰ ਸਾਧੂ ਸੰਗਤ ਮਿਲੇ ਹੀਰੇ ਰਤਨ ਲਭਾਨ। ਭਾਈ ਸਾਹਿਬ ਜੀ ਇੱਥੋਂ ਹੀਰੇ ਮਿਲਦੇ ਨੇ, ਇੱਥੇ ਰਤਨ ਲੱਭਦੇ ਨੇ। ਕਬੀਰ ਸਮੁੰਦ ਨਾ ਛੋਡੀਏ ਜਾਓ ਅਤ, ਬੋਲਦੇ ਕਿਉਂ ਨਹੀਂ ਬੋਲਿਆ ਕਰੋ, ਗੁਰੂ ਗ੍ਰੰਥ ਸਾਹਿਬ ਜੀ ਬੋਲ ਰਹੇ ਨੇ ਜਾਓ ਅਤ ਖਾਰੋ। ਅੱਗੇ ਕੀ ਹੁਕਮ ਹੈ ਜੀ? ਓਹੋ ਹੋ, ਜੇ ਤੂੰ ਟੋਬਿਆਂ 'ਚ ਜਾਣੋ ਨਾ ਹਟਿਆ, ਫਿਰ ਕਿਸੇ ਨੇ ਤੈਨੂੰ ਭਲਾ ਨਹੀਂ ਕਹਿਣਾ। ਭਾਈ ਕਿਸੇ ਕੱਚੇ ਪਿੱਲੇ ਦੇ ਲੜ ਲੱਗ ਗਿਆ ਤੇ ਡੁੱਬਣਾ ਹੀ ਸੀ, ਸੋਚ ਲਓ। ਭਾਈ ਸੁਣਦੇ ਹੋ ਵਾਹਿਗੁਰੂ ਕਿੱਥੇ ਹੋ? ਸੋਚ ਲਓ। ਪੋਖਰ ਢੂੰਡਤੇ ਭਲੋ ਨਾ ਕਹਿ। ਸਾਰੇ ਗੰਢ ਮਾਰ ਲਓ ਵੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਤੁਹਾਡੇ ਚਰਨਾਂ ਤੋਂ ਬਖਸ਼ਿਸ਼ ਲੈਣੀ ਆ। ਭਾਵੇਂ ਮਾਰੋ, ਭਾਵੇਂ ਭਲਾ, ਭਾਵੇਂ ਬੁਰਾ ਕੋਈ ਕਵੇ, ਠੀਕ ਹੈ ਜੀ। ਚਾਹੇ ਤੁਸੀਂ ਸਾਨੂੰ ਆਪਣਾ ਨਾਮ ਜਪਾਉਂਦਿਆਂ ਹੋਇਆਂ ਰਾਸ ਬਖਸ਼ੋ, ਚਾਹੇ ਨਾ ਬਖਸ਼ੋ, ਤੁਹਾਡੀ ਮਰਜ਼ੀ। ਅਸੀਂ ਸਿਰ ਤੁਹਾਡੇ ਚਰਨਾਂ 'ਚ ਭੇਟ ਕਰ ਦਿੱਤਾ, ਇਹ ਤੁਹਾਡਾ ਕੰਮ ਹੈ। ਹੁਣ ਮੈਨੂੰ ਰਸ ਦੇਣਾ ਕਿ ਆਪਣਾ ਨਾਮ ਰਸ ਨਹੀਂ ਦੇਣਾ, ਤੁਹਾਡੇ ਵੱਸ ਹੈ। ਮੈਂ ਤਾਂ ਤੁਹਾਡੇ ਚਰਨਾਂ ਵਿੱਚ ਆਪਣਾ ਸਿਰ ਅਰਪਣ ਕਰ ਦਿੱਤਾ, ਬਸ ਬਚਨ ਮੰਨਣਾ। ਭਲੋ ਨਾ ਕਹਿ ਪੋਖਰ ਟੋਬੇ 'ਚ ਥਾਂ ਤੁਰੇ ਫਿਰਦੇ ਆ ਲੱਭਣ ਵਾਸਤੇ, ਰੱਬ ਨੂੰ ਲੱਭਣ ਚੱਲੇ। ਉੱਥੇ ਫਲਾਣੇ ਗਿਆ ਸੀ ਜੀ ਇਸ ਥਾਂ 'ਤੇ, ਮੈਂ ਅੱਜ ਧਮਕੇ ਥਾਂ 'ਤੇ ਗਿਆ ਸੀ। ਊਹਾਂ ਤੋ ਜਾਈਏ ਜੋ ਇਹਾਂ ਨਾ ਹੋਏ। ਭਾਈ ਸਾਹਿਬ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਕੋਲ ਖਜ਼ਾਨਾ ਪਿਆ, ਕਿਤੇ ਜਾਣ ਦੀ ਲੋੜ ਨਹੀਂ, ਇੱਥੋਂ ਸਭ ਕੁਝ ਮਿਲ ਜਾਣਾ। ਜਿੱਦਣ ਗੁਰੂ ਦਾ ਸਿੱਖ ਇਹ ਖਜ਼ਾਨੇ ਵਿੱਚੋਂ ਤੀਰਥ ਨਹਾਵਣ ਜਾਓ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਜਿੱਦਣ ਇਹ ਖਜ਼ਾਨਾ ਲੈ ਕੇ ਮੈਂ ਭਾਈ ਸਾਹਿਬ ਜੀ ਕਿਸੇ ਤੀਰਥ 'ਤੇ ਜਾਊਂਗਾ, ਧੰਨ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਉਸ ਦਿਨ ਗੁਰਸਿੱਖਾ ਤੈਨੂੰ ਤੀਰਥ ਉਡੀਕ ਰਿਹਾ ਹੋਊਗਾ। ਤੇ ਆ ਜਾਓ ਭਾਈ, ਸਾਡੇ ਕੋਲ ਲੋਕ ਮੈਲੇ ਆ ਕੇ ਨਹਾ ਕੇ ਜਾਂਦੇ ਨੇ, ਤੁਸੀਂ ਸਾਨੂੰ ਪਵਿੱਤਰ ਕਰ ਦਿਓ। जितने देवी तीर्थ थापे तितने लोचे धूर साधु की ताई। गंगा जमुना गोदावरी सृष्टि ते लोचे धूर ये सारे वो कहते गंगा जमुना गोदावरी सृष्टि कहते साधुओं की धूड़ लोचदी। काहतों लोचदी? कहते किल बिख मैल भरे परे हमरे बिच हमरी मैल साधु की धूड़ गवाई। साडी मैल गुरु साधु गुरसिखां दी साधुआं दी धूड़ नाल खत्म होनी है। इस करके गुरु साहब तो पहला गुरमत लैके आ तीर्थ विच नहा के फिर तीर्थ ते जावांगे। जदों दुनिया वेख के साडे तो सिक्ख्या लवे भी गुरु का सिख गुरु दरबार विच किस तरीके नाल इशनान करना है, ये सारे सोच लो। वाहिगुरु जी वाहिगुरु जी। कबीर ने गोसाए बह गए थांगी नाही को। दीन गरीबी अपनी करते हो सो हो। कबीर बैष्णु की कूकर पली
साकत की बुरी। ओह नित सुनै हर नाम जस, ओहो पाप बिसाहन जा। कबीर हर ना दूबला, ए हरियाराता। लाख अहेरी एक जियो, केता बंचो। कबीर गंगा तीर जो कार करे, पीवे निर्मल। बिन हर भगत ना मुक्त होए, यों कह रमे कबीर, यों कह रमे कबीर। मन निर्मल पया, जैसा गंगा नीर। हाँ जैसा गंगा पाछे लागो हार फिरै, कहत कबीर कबीर, कहत कबीर कबीर। वाहिगुरु जी। पातशाह कहते ने गुसाए, कबीर ने गुसाए, बह गए थांगी नाही कोई। गुसाई कहते ने गुरु नूं, जिन्हां दा गुरु नहीं ना वो समझो रुड़ गए। उन्हां नूं थंमण वाला नहीं कोई, उन्हां नूं कोई बचा नहीं सकता। जिन्हां नूं सतगुरु जी का आसरा नहीं मिलिया, जिन्हां नूं गुसाई का आसरा नहीं मिलिया, ने गुसाए बह गए थांगी नाही। सतगुरु गरीब निवास साहब कहते भाई दीन गरीबी अपनी करते, जेड़े गुरु के सिख गुरु की शरण पै जाते हैं गरीब बन के, वो अपने गुरु ते इन्ना भरोसा रखते, जो गुरु साहब तुसीं करोगे ठीक है सत है। वाहिगुरु हुण मैनू कोई परवाह नहीं, मेरे तुसीं हैगे हो। वाहिगुरु जी। फिर कहते ने कबीर वैष्णु की, जेड़े रब दे प्यारे भगत हुंदे वैष्णु तो भाव है, कहो नानक जिन तजे बेकार, सो वैष्णु है अपर अपार। उस वैष्णु गुरसिख दी जिन्हें बेकारां तो खलासी हो गई, जिहदी गुरु गुरु करन जुट गया गुरु दे नाम विच। पातशाह जी कहंदे भाई वो बड़ा चंगा वैष्णु है। उस वैष्णु दे घरें रखिया होया कुत्ता बड़ा चंगा है, ਉਹਦੇ ਘਰੇ ਰੱਖਿਆ ਹੋਇਆ ਕੁੱਤਾ ਬੜਾ ਚੰਗਾ ਹੈ। वैष्णु की हथ जोड़ के बोलो पुत, कबीर वैष्णु की, वैष्णु का कुत्ता बड़ा भला है। पर जेड़ा वाहिगुरु परमेश्वर तो टुटिया जीव है धरती ते जम पिया मनुख, ओदी माँ बड़ी माड़ी है। साकत की बुरी। सतगुरु जी ये की गल होगी। पातशाह कहते ओहो नित सुनै, एक बेकारां तो 5 लड़कियां नूं फूक के वैष्णु बन गया। वो तो रब के नाम में जुटिया होया, वो घरें रहन वाला कुत्ता रब का नाम सुन रहा है, इस करके वो कुत्ता भी बड़ा भागां वाला है। साध संगत जी तुसीं देखा करो जाके, किते असीं देखीदा हजूर साहब भी कुत्ता हुण वो चढ़ाई कर गया, वो संगत कीर्तन च बैठ जा करे। बस इत्थे भी देख लो तुसीं जाके, आपां देखीदा कुत्ता जाके बह जाओ दरबार साहब के दरां च जाके, जिन्ना चਿਰ अंदर पाठ हो रहा उत्थे बैठे रहना। जदों बाहर आए फिर उड़ीक करदा प्रसाद मिलूगा, फिर जाना। कुत्ता चंगा कहते वैष्णु दा। दूजा पासा वो नित सुने हर नाम जस। बोलो कुलवंत जी बोलो की कह रहे गुरु जी। सतगुरु जी कहते ओ पाप विसाहण, साकत जीव पापां नूं सौदा पापां दा करन गया होया है। रब तो टुटिया जीव माड़े कर्म करन चलिया। करमन सिंह ध्यान दो, महाराज जी कहते बुरे कर्म करन गया होया।
ਸਾਕਤ ਤੇ ਬੁਰੇ ਕਰਮ ਹੀ ਕਰੇਗਾ ਨਾ ਜੀ ਜਿਹੜਾ ਰੱਬ ਤੋਂ ਟੁੱਟਿਆ ਹੋਇਆ। ਸਤਿਗੁਰੂ ਜੀ ਕਹਿੰਦੇ ਉਹਦੇ ਨਾਲੋਂ, ਉਹ ਮਨੁੱਖ ਨਾਲੋਂ ਰੱਬ ਦੇ ਪਿਆਰਿਆਂ ਦੇ ਘਰੇ ਕੁੱਤਾ ਜਿਹੜਾ ਉਹ ਚੰਗਾ ਹੈ। ਸਮਝ ਆਉਂਦੀ ਬੇਟੇ? ਸੋਚ ਲਓ ਹੁਣ। ਵਾਹਿਗੁਰੂ ਇੰਨਾ ਸਖਤ ਨੂੰ ਮਾੜਾ ਕਿਹਾ। ਜੇ ਮੈਂ ਨਾਮ ਨਹੀਂ ਜਪ ਰਿਹਾ ਸਾਧ ਸੰਗਤ ਜੀ, ਮੈਂ ਸਖਤ ਹਾਂ ਬਸ। ਅੱਗੇ ਸੁਣੋ। ਕਬੀਰ ਹਰਨਾ ਦੁਬਲਾ ਇਹ ਹਰਿਆਰਾ ਤਾਲ, ਲੱਖ ਏਰੀ ਏਕ ਜੀਓ ਕੇਤਾ ਬੰਚੋਂ। ਭਰਪੂਰ ਸਿੰਘ ਇਹ ਸਰੀਰ ਬੜਾ ਦੁਬਲਾ ਹੈ, ਬੜਾ ਹਲਕਾ ਹੈ, ਬੜੀ ਛੇਤੀ ਇਹਨੇ ਖਤਮ ਹੋ ਜਾਣਾ ਹੈ। ਇਹ ਕਬੀਰ ਹਰਨਾ ਦੁਬਲਾ ਇਹ ਹਰਿਆਰਾ ਤਾਲ, ਆ ਸੰਸਾਰ ਇੱਕ ਹਰਾ ਭਰਾ ਤਾਲ ਹੈ ਅਤੇ ਇਹ ਬਹੁਤ ਦੁਬਲਾ ਜਿਹਾ ਜੀਵ ਹੈ। ਅਤੇ ਇਹਦੇ ਵਿੱਚ ਜੇ ਹੁਣ ਬਚਣਾ ਹੈ, ਮਹਾਰਾਜ ਕਹਿੰਦੇ ਕਿਵੇਂ ਬਚਾਂ? ਮਹਾਰਾਜ ਜੀ ਕਹਿੰਦੇ ਭਾਈ ਲੱਖ ਏਕ ਜੀਓ, ਸੱਚੇ ਪਾਤਸ਼ਾਹ ਜੀ ਲੱਖਾਂ ਹੇਰੀਆਂ ਆਉਂਦੀਆਂ ਨੇ ਇਹ ਦੁੱਬਲੇ ਸਰੀਰ ਨੂੰ ਢਾਉਣ ਵਾਸਤੇ। ਕਾਮ ਕ੍ਰੋਧ ਲੱਭ ਲੋਭ ਝੂਠ ਨਿੰਦਿਆ ਚੁਗਲੀ ਈਰਖਾ ਦਵੈਸ ਪਤਾ ਨਹੀਂ ਕੀ ਕੁਛ ਆਉਂਦਾ, ਬੜੀਆਂ ਹਨੇਰੀਆਂ ਆਉਂਦੀਆਂ ਨੇ ਇਹਨੂੰ ਢਾਉਣ ਵਾਸਤੇ। ਮਹਾਰਾਜ ਜੀ ਇਹ ਇਕੱਲਾ ਕਿਵੇਂ ਬਚੇ? ਕਿਵੇਂ ਬਚਾਂ? ਸਤਿਗੁਰੂ ਗਰੀਬ ਨਿਵਾਸ ਸਾਹਿਬ ਮਹਾਰਾਜ ਜੀ ਕਰੋ ਕਿਰਪਾ। ਮਹਾਰਾਜ ਜੀ ਕਹਿੰਦੇ ਬਚਿਆ ਨਹੀਂ ਜਾਣਾ। ਫਿਰ ਬੰਦਾ ਬਚਣ ਵਾਸਤੇ ਪਤਾ ਕੀ ਕਰਦਾ ਜੀ? ਤੀਰਥ 'ਤੇ ਨਹਾਉਣ ਜਾਂਦਾ ਹੈ। ਸਤਿਗੁਰੂ ਜੀ ਕਹਿੰਦੇ ਗੁਰੂ ਕਿਆ ਸਿੱਖਾ ਚਾਹੇ ਗੰਗਾ 'ਤੇ ਜਾ ਕੇ ਘਰ ਪਾ ਲਈ। ਕਬੀਰ ਗੰਗਾ ਤੀਰ ਜੋ ਘਰ ਕਰੇ ਪੀਵੇ ਨਿਰਮਲ। ਵਾਹਿਗੁਰੂ ਬਿਨ ਹਰ ਭਗਤ ਰੱਬ ਦੀ ਬੰਦਗੀ ਬਿਨਾਂ ਤੇਰਾ ਖਹਿੜਾ ਨਹੀਂ ਛੁੱਟਣਾ। ਇਉਂ ਕਹਿ ਰਮੇ, ਇਉਂ ਕਹਿ ਰਮੇ। ਵਾਹਿਗੁਰੂ ਜੀ ਕਬੀਰ ਮਨ ਨਿਰਮਲ ਭਇਆ ਜੈਸਾ, ਮਨ ਪਵਿੱਤਰ ਹੋ ਗਿਆ ਜਿਸ ਤਰ੍ਹਾਂ ਗੰਗਾ ਦਾ ਪਾਣੀ ਹੁੰਦਾ। ਇੰਨਾ ਪਵਿੱਤਰ ਹੋ ਗਿਆ ਗੁਰੂ ਦੇ ਦਰਸ਼ਨ ਕਰ ਕਰਕੇ। ਸਤਿਗੁਰੂ ਜੀ ਕਹਿੰਦੇ ਮਨ ਇੰਨਾ ਪਵਿੱਤਰ ਹੋ ਗਿਆ। ਭਾਈ ਸਾਹਿਬ ਇੱਥੇ ਘਰੇ ਬੈਠੇ ਹਾਂ, ਘਰ ਬੈਠੇ ਗੁਰੂ 'ਤੇ ਆਇਓ, ਹਿਰਦੈ ਨਾਮ ਵਸਾਓ। ਇੰਨਾ ਪਵਿੱਤਰ ਹੋ ਗਿਆ। ਸਤਿਗੁਰੂ ਜੀ ਕਹਿੰਦੇ ਕਬੀਰ ਮਨ ਨਿਰਮਲ ਭਇਆ ਜੈਸਾ ਗੰਗਾ। ਹੁਣ ਗੰਗਾ 'ਤੇ ਘਰ ਨਹੀਂ ਪਾਉਣ ਜਾਣਾ ਪਿਆ, ਘਰੇ ਬੈਠੇ ਮਨ ਗੁਰੂ ਜੀ ਨੇ ਇੰਨਾ ਪਵਿੱਤਰ ਕਰ ਦਿੱਤਾ ਜਿਸ ਤਰ੍ਹਾਂ ਗੰਗਾ ਦਾ ਪਵਿੱਤਰ ਪਾਣੀ ਹੈ, ਜਿਵੇਂ ਆਪਣੇ ਨੇੜੇ ਭਾਖੜਾ ਦਾ ਪਾਣੀ ਹੈ, ਇੱਦਾਂ ਕਹਿ ਲੈਂਦੇ ਹਾਂ। ਇੰਨਾ ਪਵਿੱਤਰ ਕਰ ਦਿੱਤਾ ਜੈਸਾ ਗੰਗਾ ਨੀਰ। ਹੁਣ ਕੀ ਹੋ ਗਿਆ? ਜਿੱਦਣ ਜੀਵਨ ਤੇਰਾ ਗੰਗਾ ਦੇ ਪਾਣੀ ਵਰਗਾ ਹੋ ਗਿਆ, ਉਸ ਦਿਨ ਗੁਰੂ ਕਿਆ ਸਿੱਖਾ ਤੇਰੇ ਪਿੱਛੇ ਪਿੱਛੇ ਰੱਬ ਜੀ ਤੈਨੂੰ ਲੱਭਦੇ ਫਿਰਨਗੇ। ਕਿੱਥੇ ਆ ਗੁਰੂ ਕਾ ਸਿੱਖ? ਪਾਛਾ ਲਾਗੋ ਕਹਿਤ ਕਬੀਰ ਕਬੀਰ। ਤੈਨੂੰ ਰੱਬ ਜੀ ਕਹਿਣਗੇ ਕਿੱਥੇ ਆ ਭਰਪੂਰ ਸਿੰਘ? ਜਿੱਦਣ ਤੇਰਾ ਮਨ ਨਿਰਮਲ ਗੁਰੂ ਜੀ ਨੇ ਕਰ ਦਿੱਤਾ। ਸਤਿਗੁਰਾਂ ਤੋਂ ਬਿਨਾਂ ਨਿਰਮਲ ਨਹੀਂ ਕਿਤੇ ਹੋਣਾ। ਸਾਧ ਸੰਗਤ ਜੀ ਇੱਥੇ ਆਓ ਗੁਰੂ ਸਾਹਿਬ ਕੋਲੇ। ਮਹਾਰਾਜ ਕਿਰਪਾ ਕਰੋ। ਕਹਿਤ ਕਬੀਰ ਕਬੀਰ ਹਰ ਦੀ ਪੀਅਰੀ ਚੂਨਾ ਉਜਲ ਪਾਏ, ਰਾਮ ਸਨੇਹੀ ਤੋ ਮਿਲੈ ਦੋਨੋਂ ਬਾਰਨ ਗਵਾਏ। ਕਬੀਰ ਹਰ ਦੀ ਪੀਰ ਤਨ ਹਰੈ ਚੂਨ ਚੈਨ ਨਾ ਰਹਾ। ਬਲਿਹਾਰੀ ਇਹ ਪ੍ਰੀਤ ਕੋ ਜੇ ਜਾਤ ਬਰਨ ਕੁਲ। ਕਬੀਰ ਮੁਕਤ ਦੁਆਰਾ ਸੰਕੁਰਾ ਰਾਈ ਦਸਏ। ਮਨ ਤੋਂ ਮੈਗਲ ਹੋਏ ਰਹੇ ਹੋ ਨਿਕਸੋ ਕਿਉਂ ਕਹਿ। ਕਬੀਰ ਐਸਾ ਸਤਿਗੁਰ ਜੇ ਮਿਲੈ ਤੁਠਾ ਕਰੇ ਪਸਾਓ। ਮੁਕਤ ਦੁਆਰਾ ਮੋਕਲਾ ਸਹਜੇ ਆਵੋ। ਕਬੀਰ ਨਾਮ ਹੋਏ ਜਾਨ ਨਾ ਛਾਪਰੀ, ਨਾਮ ਹੋਏ ਘਰ ਨਹੀਂ। ਵਾਹਿਗੁਰੂ ਮਤ ਹਰ ਪੁੱਛੈ ਕੌਣ ਹੈ, ਮੇਰੇ ਜਾਤ ਨਾ ਨਾਉ, ਮੇਰੇ ਜਾਤ ਨਾ। ਵਾਹਿਗੁਰੂ ਸਤਿਗੁਰੂ ਜੀ ਕਹਿੰਦੇ ਦੇਖੋ ਗੁਰੂ ਕੇ ਸਿੱਖੋ। ਹੁਣ
ਜੀਵਨ ਇੰਨਾ ਮਹਾਰਾਜ ਨੇ ਕਲਾ ਵਰਤਾ ਦਿੱਤੀ। ਹੁਣ ਸਾਰੀ ਸੰਗਤ ਧਿਆਨ ਦਿਓ। ਕਬੀਰ ਹਲਦੀ ਕਹਿੰਦੇ ਦੇਖੀ ਰੰਗ ਪੀਲਾ ਹੁੰਦਾ ਹਲਦੀ ਦਾ। ਸੰਗਤ ਜੀ ਹਲਦੀ ਤੋਂ ਸਿੱਖਿਆ ਦੇ ਰਹੇ ਸਾਨੂੰ। ਕਬੀਰ ਹਰਦੀ ਪੀਏ ਰਹੀ। ਚੂਨਾ ਹੁੰਦਾ ਜਿਹੜਾ ਉਹ ਚਿੱਟਾ ਹੁੰਦਾ। ਚੂਨਾ ਉਜਲ ਉਹ ਉਜਲਾ ਹੁੰਦਾ, ਉਹ ਚਿੱਟਾ ਹੁੰਦਾ। ਪਰ ਜਿੱਦਣ ਤੁਸੀਂ ਦੋਨੇ ਚੀਜ਼ਾਂ ਨੂੰ ਮਿਕਸ ਕਰੋਗੇ, ਹਲਦੀ ਨੂੰ ਤੇ ਚੂਨੇ ਨੂੰ, ਆਟੇ ਨੂੰ ਤੇ ਹਲਦੀ ਨੂੰ ਇਕੱਠਾ ਮਿਕਸ ਕਰ ਦਿਓ, ਕੀ ਹੋਊਗਾ? ਸਤਿਗੁਰੂ ਜੀ ਕਹਿੰਦੇ ਕਬੀਰ ਹਰਦੀ ਪੀਰੀ ਚੂਨਾ ਉਜਲ ਭਾਏ ਰਾਮ ਸਨੇਹੀ ਤੋ ਮਿਲਿਆ ਦੋਨੋਂ ਵਰਨ। ਨਾ ਹਲਦੀ ਦੀ ਪੀਲ ਰਹੀ, ਨਾ ਆਟੇ ਦਾ ਚਿੱਟਾਪਣ ਰਿਹਾ, ਨਾ ਚੂਨੇ ਦਾ ਚਿੱਟਾਪਣ ਰਿਹਾ। ਭਾਈ ਸਾਹਿਬ ਜੀ ਗੁਰੂ ਸਾਹਿਬ ਜੀ ਕਹਿੰਦੇ ਗੁਰਸਿੱਖਾ ਜਿੱਦਣ ਇੱਥੇ ਦੁਨੀਆ ਦੇ ਜਾਤਾਂ ਵਰਨਾ ਮਜ਼ਹਬਾਂ ਨੂੰ ਗਵਾ ਕੇ ਗੁਰੂ ਦੇ ਚਰਨਾਂ ਵਿੱਚ ਡਿੱਗ ਪਵੇਂਗਾ, ਉਦਣ ਤੈਨੂੰ ਰੱਬ ਜੀ ਦਾ ਪਿਆਰ ਮਿਲ ਜਾਊਗਾ। ਵਾਹਿਗੁਰੂ। ਅੱਗੇ ਕਹਿੰਦੇ ਕਬੀਰ ਹਰਦੀ ਪੀਰ ਤਨ ਹਰੈ ਚੂਨ ਚਿਹਨ ਨਾ ਰਹਾਏ। ਕਹਿੰਦੇ ਹਲਦੀ ਆਪਣਾ ਪੀਲਾਪਣ ਛੱਡ ਦਿੰਦੀ ਹੈ ਤੇ ਚੂਨਾ ਵੀ ਆਪਣਾ ਭਾਈ ਸਾਹਿਬ ਚਿੱਟਾਪਣ ਛੱਡ ਦਿੰਦਾ, ਉਹਦਾ ਵੀ ਚਿਹਨ ਨਹੀਂ ਰਹਿੰਦਾ। ਚੂਨ ਚਿਹਨ ਨਾ ਰਹਾਏ ਬਲਿਹਾਰੀ ਪ੍ਰੀਤ ਕੋ ਜਹ ਜਾਤ ਵਰਨ। ਬਾਰੇ ਜਾਵਾਂ ਗੁਰੂ ਕਿਆ ਸਿੱਖਾ ਜਿੱਥੇ ਤੇਰੀ ਜਾਤ ਵਰਨ ਮਜ਼ਹਬ ਦਾ ਹੰਕਾਰ ਟੁੱਟ ਗਿਆ। ਹੁਣ ਨਹੀਂ ਤੂੰ ਕਹਿੰਦਾ ਮੈਂ ਢਿੱਲੋਂ ਆ, ਮੈਂ ਬਿਰਕ ਆ, ਮੈਂ ਫਲਾਣਾ, ਮੈਂ ਗਿੱਲ। ਹੁਣ ਤੂੰ ਇੱਕੋ ਹੀ ਗੱਲ ਕਹਿਣੀ, ਮੈਂ ਗੁਰੂ ਸਾਹਿਬ ਜੀ ਤੇਰਾ ਸਿੱਖ। ਹਾਂਜੀ, ਜਾਤ ਮੇਰੀ ਸਿੱਖ ਹੈ ਤੇ ਗੋਤ ਮੇਰਾ ਸਿੰਘ ਹੈ। ਬਸ ਆਹੀ ਗੱਲ ਹੈ, ਹੋਰ ਮੁੱਕ ਗਿਆ ਸਾਰਾ ਕੁਝ। ਵਾਹਿਗੁਰੂ ਜੀ ਸਤਿਗੁਰ ਕੈ ਜਨਮ ਹੈ ਗਗਨ ਮਿਟਾਇਆ। ਜਦੋਂ ਸਤਿਗੁਰੂ ਜੀ ਅੰਮ੍ਰਿਤ ਦੀ ਦਾਤ ਦਿੰਦੇ ਉਦੋਂ ਕਹਿ ਦਿੰਦੇ ਸਿੱਖਾ ਅੱਜ ਤੋਂ ਤੇਰਾ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਵਾਸੀ ਤੋਂ ਅਨੰਦਪੁਰ ਸਾਹਿਬ ਦਾ, ਨਾਨਕੇ ਤੇਰੇ ਗੁਰੂ ਕੀ ਲਾਹੌਰ, ਮਾਤਾ ਤੇਰੀ ਸਾਹਿਬ ਕੌਰ। ਮੁੱਕ ਗਿਆ ਸਾਰਾ ਜਨਮ ਪਿਛਲਾ। ਸਤਿਗੁਰ ਕੈ ਜਨਮ ਹੈ ਗਗਨ ਮਿਟਾਇਆ। ਵਾਹਿਗੁਰੂ। ਹੁਣ ਬਲਿਹਾਰੀ ਇਹ ਪ੍ਰੀਤ ਕੋ ਜੇ ਜਾਤ ਵਰਨ ਕੁਲ। ਹੁਣ ਜਿੱਦਣ ਇਹ ਚਲਾ ਗਿਆ ਕਬੀਰ ਮੁਕਤ ਦੁਆਰਾ ਸੰਕੁਰਾ ਰਾਈ ਦਸੇ ਪਾਏ। ਹੁਣ ਮਹਾਰਾਜ ਜੀ ਇਹ ਸੌਖਾ ਨਹੀਂ ਹੰਕਾਰ ਛੱਡਣਾ ਆਪਣਾ। ਮੈਂ ਜਾਟਾਂ ਜੀ, ਮੈਂ ਵੱਡਾ ਜੀ, ਮੈਂ ਛੋਟਾ ਜੀ, ਇਹ ਘਮੰਡ ਛੱਡਣਾ ਸੌਖਾ ਕੰਮ ਨਹੀਂ। ਸਤਿਗੁਰੂ ਜੀ ਕਹਿੰਦੇ ਕਬੀਰ ਮੁਕਤ ਦੁਆਰਾ ਸੰਕਰਾ ਰਾਈ ਦਸੇ ਪਾਏ। ਜਿਹੜਾ ਮੁਕਤੀ ਦਾ ਦਰਵਾਜ਼ਾ ਰਾਈ ਦਾ 10ਵਾਂ ਹਿੱਸਾ ਬਹੁਤ ਬਰੀਕ, ਸਰੋਂ ਦੇ ਦਾਣੇ ਤੋਂ ਵੀ ਬਹੁਤ 10ਵਾਂ ਹਿੱਸਾ ਬਰੀਕ ਹੈ। ਪਰ ਗੁਰੂ ਕਿਆ ਸਿੱਖਾ ਤੇਰਾ ਤਾਂ ਮਨ ਹਾਥੀ ਵਰਗਾ ਹੋਇਆ ਪਿਆ ਵੀ ਮੈਂ ਨਹੀਂ ਲੰਘਣਾ ਇਹਦੇ ਵਿੱਚ ਦੀ। ਮਨ ਤੋਂ ਬੋਲੋ ਗੁਰਵੀਰ ਸਿੰਘ ਜੀ, ਮਨ ਤੋਂ ਕਰਮਨ ਸਿੰਘ ਬੋਲੋ। ਮਨ ਤੇ ਹਾਥੀ ਵਰਗਾ ਹੋਇਆ ਪਿਆ। ਮਹਾਰਾਜ ਕਹਿੰਦੇ ਕਿਵੇਂ ਲੰਘੇਗਾ? ਮਨ ਤੋਂ ਮੈਗਲ ਨਿਕਸਿਓ ਕਿਉਂ ਕਹਿ। ਬੋਲੋ ਜੀ ਕਿਵੇਂ ਜਾਵੋਗੇ, ਨਿਕਲੋਗੇ ਕਿਵੇਂ? ਵਾਹਿਗੁਰੂ। ਨਿਕਸਿਓ ਕਿਉਂ ਕਹਿ। ਫਿਰ ਅੱਗੇ ਕੀ ਹੁਕਮ ਹੈ ਜੀ? ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਜੇ ਮਿਲ ਜਾਣ। ਗੁਰੂ ਕਿਹਾ ਸਿੱਖਾ ਜੇ ਤੇਰੇ ਚਰਨ ਪਰਸਣ ਦਾ, ਗੁਰੂ ਦੇ ਚਰਨ ਪਰਸਣ ਦਾ ਤੈਨੂੰ ਸੁਭਾਗ ਨਸੀਬ ਹੋ ਜਾਵੇ, ਤੂੰ ਗੁਰੂ ਸਾਹਿਬ ਜੀ ਦੇ ਲੱਗ ਜੇ ਚਰਨੀ ਤੇ ਸਹਿਜ ਪਾਠ ਕਰੇ ਗੁਰੂ ਜੀ ਦੇ ਦਰਸ਼ਨ। ਜੇ ਇਹੋ ਜਿਹੇ ਸਤਿਗੁਰੂ ਨੂੰ ਤੂੰ ਮਿਲ ਪਵੇਂ ਫਿਰ ਗੁਰੂ ਜੀ ਖੁਸ਼ ਹੋ ਕੇ ਤੇਰੇ ਤੇ ਬਖਸ਼ਿਸ਼ ਕਰਨਗੇ। ਤੁੱਠਾ ਕਰੇ ਫਿਰ ਕੀ ਹੋਏਗਾ? ਮੁਕਤ ਦੁਆਰਾ ਮੋਕਲਾ ਸਹਿਜੇ ਆਵੋ। ਜਾਤ ਕਾ ਗਰਭ ਨਾ ਕਰਿਓ ਕੋਈ। ਮਹਾਰਾਜ ਕਹਿੰਦੇ ਹੁਣ ਕੋਈ ਹੰਕਾਰ ਨਾ ਕਰਿਓ। ਸੱਚੇ ਪਾਤਸ਼ਾਹ ਜੀ ਬ੍ਰਹਮ ਬਿੰਦ ਤੇ ਸਭ ਉਪਤ ਹੋਈ। ਸਭ ਕੁਝ ਪਰਮਾਤਮਾ ਤੋਂ ਪੈਦਾ ਹੋਇਆ। ਵਾਹਿਗੁਰੂ। ਸਤਿਗੁਰੂ ਜੀ ਕਹਿੰਦੇ ਮੁਕਤ ਦੁਆਰਾ ਮੋਕਲਾ। ਸਰੋਂ ਦੇ ਦਾਣੇ ਦਾ 10ਵਾਂ ਹਿੱਸਾ ਇੰਨਾ ਬਰੀਕ ਮੁਕਤੀ ਦਾ ਰਸਤਾ। ਪਰ ਗੁਰੂ ਸਾਹਿਬ ਜੀ ਕਹਿੰਦੇ ਉਹ ਵੀ ਤੇਰੇ ਵਾਸਤੇ ਮੋਕਲਾ ਹੋ ਗਿਆ, ਉਹ ਵੀ ਖੁੱਲ੍ਹਾ ਹੋ ਗਿਆ। ਹੁਣ ਉਹਦੇ ਵਿੱਚ ਦੀ ਵੀ ਭੱਜ ਕੇ ਗੱਡੀ ਲੰਘ ਜਾਣੀ ਤੇਰੀ। ਵਾਹਿਗੁਰੂ ਜੀ ਸਹਿਜੇ ਆਵੋ। ਵਾਹਿਗੁਰੂ ਸਹਿਜੇ ਆਵੋ। ਆਹ ਕਬੀਰ ਨਾਮ ਹੋਏ ਛਾਨ। ਭਾਈ ਸਾਹਿਬ ਜਿੱਦਣ ਮੁੱਕ ਗਈ ਹਉਮੈ ਉਦਣ ਮੇਰੀ ਨਾ ਕੋਈ ਕੋਠੀ, ਨਾ ਕੋਈ ਛੰਨ, ਨਾ ਕੋਈ ਛੱਪਰੀ। ਹੁਣ ਮੇਰੀ ਹਉਮੈ ਮੁੱਕ ਗਈ। ਹੁਣ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ। ਹੁਣ ਕੰਮ ਮੁੱਕ ਗਿਆ। ਮਹਾਰਾਜ ਜੀ ਕਹਿੰਦੇ ਨਾ ਮੋਹੇ ਘਰ ਨਹੀਂ, ਨਾ ਮੇਰੀ ਕੋਠੀ, ਨਾ ਮੇਰਾ ਕੋਈ ਪਿੰਡ, ਨਾ ਮੋਹੇ ਘਰ ਨਹੀਂ। ਕਿਉਂਕਿ ਪਰਦੇਸੀ ਆਏ ਹੋਏ ਆ ਭਾਈ ਸਾਹਿਬ ਜੀ, ਚਾਰੇ ਪਾਸੇ ਅੱਗ ਲੱਗੀ ਹੋਈ ਆ, ਗੁਰੂ ਜੀ ਨੇ ਪਿੱਛੇ ਦੱਸਿਆ। ਇਸ ਕਰਕੇ ਹੁਣ ਮੇਰਾ ਮੁਝ ਮੈਂ ਕਿਛ ਨਹੀਂ। ਹੁਣ ਰੌਲਾ ਕੋਈ ਨਹੀਂ ਰਹਿ ਗਿਆ। ਹੁਣ ਤਾਂ ਜਿਵੇਂ ਮਰਜ਼ੀ ਜਾਓ ਆਓ। ਸਤਿਗੁਰੂ ਜੀ ਕਹਿੰਦੇ ਹੁਣ ਤਾਂ ਮਤ ਹਰ ਪੁੱਛੇ ਕੌਣ ਹੈ ਮੇਰੇ।
ਰੌਲਾ ਮੁੱਕ ਗਿਆ। ਭਾਈ ਸਰਜੀਤ ਸਿੰਘ ਜੀ ਹੁਣ ਮਹਾਰਾਜ ਕਹਿੰਦੇ ਮੇਰੀ ਜਾਤ ਮੇਰਾ ਨਾਮ ਕੋਈ ਨਹੀਂ, ਹੁਣ ਤੇ ਗੁਰੂ ਜੀ ਸਭ ਕੁਝ ਤੁਹਾਡਾ ਹੈ। ਰਾਮਕਲੀ ਮਹੱਲਾ ਤੀਜਾ ਆਨੰਦ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ। ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਵਣ ਆਈਆਂ ਸ਼ਬਦੋ ਤਾਂ ਗਾਵੋ ਹਰੀ ਕੇਰਾ ਵਸਾਇਆ। ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਸਟਾਪ ਕਰ ਦੇ ਮੇਰੇ ਆ ਤੂੰ ਸਦਾ ਰੋ ਹਰ ਨਾਲੇ ਹਰ ਮਨ ਬੰਦ ਕਰ ਦੇ। ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ, ਸਭਨਾ ਗੱਲਾਂ ਸਮਰੱਥ ਸੁਆਮੀ। ਸੋ ਕਿਉ ਮਨੋ